वाहिगुरु जी की फतेह। अति सन्मान सत्कारयोग जुगो जुग अटल चवर छत्र तख्त दे मालिक धन धन श्री गुरु ग्रंथ साहिब पातशाह, जिन्हां दी मुकद्दस गोद अंदर ढलती शाम साहिबा दे दरबार रोज़ाना की तरह सजे हैं। भाई साहब पासों गुरबाणी के पाठ अरदास हुक्मनामा आप जी ने स्रोत पाया है। अगलेरे पंध लई असी गुरु शब्द विचार प्रारंभ करनी है, जो रोज़ाना की तरह लड़ीवार शब्द विचार 2 पौड़ियां मैं आप दे समक्ष पढ़ियां हैं। कोशिश करांगे बनते टाइम दे विच इन्हां पावन शब्दां दी विचार हो सके। सो आओ गुरु पातशाह कृपा करन खाकसर नूं कुछ कहण दी इजाज़त दिंदे सब एक बार सुना पवित्र करो जी। वाहिगुरु धन श्री गुरु नानक देव पातशाह। अगलेरी पौड़ी सालाही सलाह इति सुरत न पाईया, नदिया ते वाह पवै समुंद न जानिया। उस वाहिगुरु दा अंत जिहड़ा है वो आप जिड्डा आप है वही जानता है। पाताला पाताल लख असी रात पढ़िया आगास आगास ओढ़क 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 मीनज अंत है। किसी रूप दे विच उहदा ओढ़क अंत पाउण दी कोशिश की, महाराज कहंदे उहनूं समझ नहीं सके, अंत नहीं। फिर कहंदे उहनूं सलाहिए सालाही सलाह, जो सलाहण दे जोग है उहनूं सलाह, उहदी सिफत कर। साहिब कहंदे सालाही सलाह उहदी सिफत कर जिहड़ा सतगुरु कहंदे सलाहण जोग है। सलाह जिहड़ी सिफत हुंदी ना, सदा सिफत सलाह तेरी, सलाहता करनी, प्रशंसा करनी, उहदी वडियाई करनी, जिसनों बख्शे अगे आप पढ़ना सिफत सलाह। नानक पातशाही पातशाह सलाहना जिहड़ा है ना, मनुख बहुत कुछ उसकी कुदरत नूं सलाहुंदा है। बाणी कहती कुदरत नूं ना सलाह, कुदरत विचों वसदा है, कुदरत नूं ना सलाह, करते नूं सलाह। ओदी सिफत कर, जिहड़ा वड्डा है उच्चा है अपने आप तो जानो। करते नूं सलाह, मन मेरे करते नूं सलाह। क्योंकि जिहड़ी सलाहता है सिफत सलाह उहदी महाराज कहंदी परमेश्वर तक लै जाती है। सिफत करनी, इसलिए कहेंगे उसकी सिफत कर, उसकी सलाहता कर। सलाही सलाह, सलाहण जोग नूं सलाह। करते नूं सलाह मन मेरे, करते नूं सलाह, करते नूं सलाह मन मेरे, करते नूं सलाह। करते करते नूं करते मतलब तू किरत नूं ना सलाह, करते नूं सलाह। बनी हुई किरत दी भी ना, जे तुसीं किरत दी भी गल करोगे उहदी भी सिफत नहीं कर सकते, क्योंकि किरत विचों भी जे करते नूं वेखेगा
ਉਹਦੀ ਸਿਫਤ ਕਰੇਗਾ ਫਿਰ ਵੀ ਉਹਦੇ ਨੇੜੇ ਹੋ ਜਾਏਗਾ। ਪਰ ਜੇ ਕਿਰਤ ਦੀ ਸਿਫਤ ਸਲਾਹ ਹੀ ਕਰੀ ਜਾਏ, ਫੁੱਲ ਕਿੰਨੇ ਸੋਹਣੇ ਨੇ, ਫੁੱਲ ਕਿੰਨੇ ਸੋਹਣੇ ਨੇ, ਕਿਰਤ ਦੀ ਸਲਾਹ ਹੈ। ਸੁਹੱਪਣ ਦੀ ਸਲਾਹ, ਜੋ ਮਰਜ਼ੀ ਸਲਾਹ ਲਓ, ਕਿਰਤ ਦੀ ਸਲਾਹ। ਸਾਲਾਹੀ ਸਾਲਾਹ, ਉਹਨੂੰ ਸਾਲਾਹ ਜਿਹੜਾ ਸਲਾਹਣ ਯੋਗ ਹੈ। ਤੇ ਮਹਾਰਾਜ ਕਹਿੰਦੇ ਸਲਾਹੁਣ ਦਾ ਵੀ ਢੰਗ ਹੈ। ਏਤੀ ਸੁਰਤ ਨਾ ਪਾਈ ਆ। ਏਤੀ ਮਤਲਬ ਇੰਨੀ ਜ਼ਿਆਦਾ, ਸੁਰਤ ਨਾ ਪਾਈ ਆ, ਤੈਨੂੰ ਸੁੱਧ ਬੁੱਧ ਨਾ ਹੋਵੇ। ਜੇ ਬੰਦਾ ਸਿਫਤ ਵੀ ਕਰਦਾ ਤੇ ਸੁਰਤ ਵਿੱਚ ਰਹਿ ਕੇ ਕਰੇ, ਭਾਵ ਉਹ ਪਤਾ ਹੋਵੇ, ਫਿਰ ਉਹਦੇ ਗੁਣ ਆਪਣੇ ਆਪੇ ਦਾ ਹੀ ਨਾ ਪਤਾ ਹੋ। ਸਿਫਤ ਐਸੀ ਹੁੰਦੀ ਆ। ਕੀਰਤਨ ਉਹੀ ਹੈ ਜਿਹਦੇ 'ਚ ਕੀਰਤੀ ਕਰਦੇ ਕਰਦੇ ਬੰਦਾ ਜੁੜ ਜਾਏ। ਸਿਫਤ ਉਹੀ ਹੈ ਜਿਹਦੇ ਵਿੱਚ ਸਿਫਤ ਕਰਨ ਵਾਲਾ ਜੁੜ ਜਾਏ, ਜਿੱਥੇ ਸੁਰਤ ਦਾ ਬਹਾ ਜਿਹੜਾ ਹੈ ਮੁੱਕ ਜਾਏ। ਸਿਫਤ ਸਲਾਹ ਹੈ ਹੀ ਹੋਈ ਹੈ। ਬਾਬੇ ਨੇ ਇੱਕ ਬਾਣੀ 'ਚ ਲਿਖਿਆ ਨਾ, ਕਹਿੰਦੇ ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਏ। ਸੁੱਧ ਬੁੱਧ ਦਾ ਹੀ ਨਹੀਂ ਪਤਾ ਰਿਹਾ। ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਪਤਾ ਹੀ ਨਹੀਂ। ਜਿਹੜੀ ਇਹ ਸਟੇਜ ਆ ਉਹ ਸਲਾਹਤਾਂ ਦੇ ਵਿੱਚ ਪਤਾ ਹੀ ਨਹੀਂ ਵੀ ਕੀ ਸਲਾਹਣਾ। ਬਸ ਉਹਦੇ 'ਚ ਇੰਨਾ ਸਲਾਹਣ 'ਚ ਹੋ ਜਾਏ ਕਿ ਬਾਕੀ ਕੁਝ ਨਾ ਯਾਦ ਰਹੇ। ਭਗਤ ਸੈਣ ਜੀ ਦੀ ਅਸੀਂ ਕਈ ਵਾਰੀ ਜ਼ਿਕਰ ਕਰਦੇ ਹਾਂ। ਕੀ ਕੀਤਾ, ਆਏ ਸੰਤ ਪ੍ਰਾਹੁਣੇ, ਹੁਆ ਕੀਰਤਨ ਰਹਿਣ ਸਮਾਏ। ਸੰਤ ਪ੍ਰਾਹੁਣੇ ਆਏ ਤੇ ਸਾਰੀ ਰਾਤ ਕੀ ਕਰਦੇ ਰਹੇ, ਸਿਫਤ ਕਰਦੇ ਰਹੇ। ਤੇ ਜਿਹੜੇ ਕੰਮ ਜਾਣਾ ਸੀ ਉਹ ਭੁੱਲ ਹੀ ਗਏ। ਵੀ ਜਾ ਕੇ ਰਾਜੇ ਦੀ ਮੁੱਠੀ ਚਾਪੀ ਕਰਦੇ ਸੀ, ਸੇਵਾ ਕਰਦੇ ਸੀ, ਉਹ ਭੁੱਲ ਹੀ ਗਏ ਜਾਣਾ। ਸੁੱਧ ਰਹਿੰਦੀ ਨਹੀਂ, ਫਿਰ ਬੁੱਧ ਰਹਿੰਦੀ ਨਹੀਂ, ਵਕਤ ਤੋਂ ਟੁੱਟ ਜਾਂਦਾ ਬੰਦਾ। ਸਿਫਤ ਆ ਹੁੰਦੀ ਆ। ਦੋ ਚਾਰ ਮਾਫੀ ਚਾਹਾਂਗੇ, ਕੁਝ ਸਮਾਂ ਅਸੀਂ ਕਰ ਲੈਂਦੇ ਹਾਂ, ਉਹਦੇ 'ਚ ਵੀ ਸਾਡਾ ਧਿਆਨ ਜੇ ਇੱਧਰ ਉੱਧਰ ਚਲੇ ਜਾਂਦਾ, ਫਿਰ ਆਨੰਦ ਤਾਂ ਹੀ ਨਹੀਂ ਨਾ ਜਿਸ ਦਿਨ ਸੁਰਤ ਤੋਂ ਹਟ ਕੇ। ਸੁਰਤ ਦਾ ਮਤਲਬ ਕਿ ਇੱਥੇ ਬੁੱਧੀ ਹੈ। ਤੇਰੀ ਸੁਰਤ ਕਿੱਥੇ ਗਈ ਹੈ, ਤੇਰੀ ਬੁੱਧ ਕਿੱਥੇ ਗਈ। ਅਸੀਂ ਇੱਕ ਦੂਜੀ ਜਗ੍ਹਾ 'ਤੇ ਵਰਤਦੇ ਨੇ ਸ਼ਬਦ। ਸਾਹਿਬ ਕਹਿੰਦੇ ਜੇ ਉਹਦਾ ਪਤਾ ਲੱਗ ਜਾਏ, ਫਿਰ ਸੁਰਤ ਦੇ ਪਤਾ ਹੀ ਨਹੀਂ ਉਹਨੂੰ ਸਿਫਤ ਕੀ ਹੈ। ਸਿਫਤ ਹੁੰਦੀ ਇਹ ਹੈ ਕਿ ਉਹਨੂੰ ਪਤਾ ਹੀ ਕੁਛ ਨਾ ਹੋਵੇ। ਕੀਰਤਨ ਕਰਦਿਆਂ ਕਰਦਿਆਂ ਭਗਤ ਸੈਣ ਜੀ ਭੁੱਲ ਹੀ ਗਿਆ ਵੀ ਜਾਣਾ ਰਾਜੇ ਦੇ। ਜਿਵੇਂ ਉਹਨਾਂ ਦੀ ਸਾਖੀਕਾਰ ਨੇ ਸਾਖੀ ਲਿਖੀ ਵੀ, ਉਹ ਪਰਮੇਸ਼ਰ ਨੇ ਦੇਖਿਆ ਵੀ ਇਹ ਤਾਂ ਹੁਣ ਭੁੱਲ ਹੀ ਗਿਆ ਮੇਰੀ ਸਿਫਤ ਦੇ ਵਿੱਚ। ਆਪ ਭਗਤ ਸੈਣ ਜੀ ਦਾ ਰੂਪ ਬਣਾ ਕੇ ਉਹ ਰਾਜੇ ਦੇ ਚਲੇ ਗਏ। ਅੱਜ ਜਿਹੜੀ ਸੇਵਾ ਰਾਜੇ ਦੀ ਹੋਈ ਉਹ ਤਾਂ 9 ਵਰਨਾ ਹੋ ਗਿਆ, ਕਮਾਲ ਹੀ ਹੋ ਗਈ। ਬੜਾ ਖੁਸ਼ ਰਾਜਾ ਵੀ ਅੱਜ ਵਰਗੀ ਕਦੇ ਸੇਵਾ ਹੀ ਨਹੀਂ ਕੀਤੀ। ਪਰਮੇਸ਼ਰ ਦੇ ਹੱਥ ਲੱਗੇ ਤੇ ਰੋਗ ਸਭ ਦੂਰ। ਹੁਣ ਅਗਲੇ ਦਿਨ ਸਵੇਰ ਹੋਈ, ਰਾਜੇ ਨੇ ਚਾਹਿਆ ਵੀ ਇਹਨੂੰ ਇਨਾਮ ਦੇਣਾ। ਭਗਤ ਸੈਣ ਜੀ ਕਹਿੰਦੇ ਵੀ ਮੈਂ ਕਹਾਂਗੇ ਵੀ ਦੇਖੋ ਮੇਰੇ ਤੋਂ ਤਾਂ ਆਇਆ ਨਹੀਂ ਗਿਆ, ਹੁਣ ਹੁੰਦੀ ਨਹੀਂ ਸੇਵਾ। ਸੰਤ ਆ ਜਾਂਦੇ ਨੇ, ਭਗਤ ਆ ਜਾਂਦੇ, ਰੱਬ ਦੇ ਪਿਆਰੇ, ਸੇਵਾ 'ਚ ਜੁੜ ਜਾਈਦਾ ਭੁੱਲ ਜਾਈਦਾ। ਜਿਉਂ ਹੀ ਉੱਥੇ ਪਹੁੰਚਦੇ ਨੇ ਤੇ ਉਹਨਾਂ ਨੇ ਕਿਹਾ ਤੈਨੂੰ ਇਨਾਮ ਦੇਣਾ ਹੈ। ਇਨਾਮ ਤਾਂ ਦੇਣਾ ਠੀਕ ਹੈ, ਪਰ ਮੈਂ ਤਾਂ ਪਹੁੰਚਿਆ ਹੀ ਨਹੀਂ। ਉਹ ਕਹਿੰਦੇ ਨਹੀਂ ਨਹੀਂ, ਜਿਹੜੀ ਸੇਵਾ ਤੂੰ ਰਾਤ ਕੀਤੀ ਇਹਦੇ ਵਰਗੀ ਕਦੇ ਕੀਤੀ ਹੋਈ ਨਹੀਂ। ਭਗਤ ਸੈਣ ਜੀ ਸਮਝ ਗਏ ਪਰਮੇਸ਼ਰ ਹੈ। ਸਿਫਤ ਜਿਹੜੀ ਹੈ ਸੁਰਤ ਤੋਂ ਪਰੇ ਹੋ ਜਾਂਦੀ ਬੰਦੇ ਨੂੰ। ਜਿਵੇਂ ਕਹਿੰਦੇ ਨੇ ਅਕਲ ਦੇ ਨਾਲ ਰੱਬ ਦੀ ਵਡਿਆਈ ਨਹੀਂ ਕੀਤੀ ਜਾਂਦੀ। ਜਿਵੇਂ ਆਪਾਂ ਰੋਜ਼ ਹੀ ਕਹਿੰਦੇ ਵੀ ਸਹਿ ਸਿਆਣਪ ਜੇ ਲੱਖ ਨੇ, ਫਿਰ ਉਹਦਾ ਵਡਿਆਈ ਕਿਵੇਂ ਕਰੂਗਾ। ਉਹਦੀ ਸਿਫਤ, ਉਹਦੀ ਨਾਈ ਵੱਡਾ ਹੈ ਤੇ ਵੱਡੀ ਨਾਈ, ਨਾਈ ਮਤਲਬ ਵਡਿਆਈ ਵੀ ਉਹਦੀ ਵੱਡੀ ਹੈ। ਤੇ ਉਹ ਵਡਿਆਈ ਇਹ ਜੀ ਹੈ ਵੀ ਇੱਕ ਆਮ ਛੋਟਾ ਜਿਹਾ ਜੀਵ ਉਹਦੀ ਕੀ ਵਡਿਆਈ ਕਰੇ, ਕਿੱਡੀ ਕਰਾਂਗੇ, ਉਹਦੀ ਕੁਦਰਤ ਦੀ ਕਿੱਡੀ ਕੁ ਵਡਿਆਈ ਕਰ ਲਾਂਗੇ। ਤਾਂ ਅੱਗੇ ਮਹਾਰਾਜ ਕਹਿੰਦੇ ਇਸ ਕਰਕੇ ਸੁਰਤ ਨਾ ਪਾਈਓ। ਫਿਰ ਨਦੀਆਂ ਅਤੇ ਵਾਹ, ਨਦੀਆਂ ਨਹਿਰਾਂ, ਨਦੀਆਂ, ਵਾਹ ਨਾਲੇ, ਵਾਹ ਇਹਦੇ ਕਈ ਰੂਪ ਰੱਖੇ ਨੇ। ਵਾਹ ਕਹਿੰਦੇ ਨੇ ਜਿਹੜੇ ਨਦੀ ਦੀ ਤਰ੍ਹਾਂ, ਨਾਲੇ ਦੀ ਤਰ੍ਹਾਂ ਵਗਦੇ ਨੇ। ਇੱਕ ਨਦੀਆਂ ਤੇ ਵਾਹ। ਪਵੈ ਸਮੁੰਦ ਕਾਹਦੇ 'ਚ ਪੈਂਦੇ ਨੇ,
ਸਮੁੰਦਰ 'ਚ ਪੈਂਦੇ ਨੇ। ਹੁਣ ਧਿਆਨ ਦਿਆ ਜੇ ਵੀ ਜਿਹੜਾ ਨਦੀ ਆ ਅਤੇ ਨਾਲਾ ਹੈ ਨਾ, ਉਹਨਾਂ ਨੂੰ ਪਤਾ ਹੈ ਕਿੱਧਰ ਜਾਣਾ ਹੈ, ਨੀਵੇਂ ਪਾਸੇ। ਅਤੇ ਸਭ ਤੋਂ ਨੀਵਾਂ ਕੀ ਹੈ? ਸਮੁੰਦਰ ਹੈ। ਜਿੰਨੀ ਵੀ ਦੁਨੀਆ ਇੱਥੇ ਜਿਹੜੀ ਉਚਾਈ ਮਾਪੀ ਜਾਂਦੀ ਹੈ ਨਾ, ਸਮੁੰਦਰ ਤੋਂ ਮਾਪੀ ਜਾਂਦੀ ਹੈ। ਆ ਤੁਸੀਂ ਸਟੇਸ਼ਨ 'ਤੇ ਚਲੇ ਜਾਓ, ਉੱਥੇ ਲਿਖਿਆ ਹੁੰਦਾ ਵੀ ਸਮੁੰਦਰ ਤਲ 'ਤੇ ਉਚਾਈ ਇੰਨੀ ਹੈ ਇੱਥੇ ਦੀ। ਫਿਰ ਉੱਪਰ ਚਲੇ ਜਾਓਗੇ, ਜਿੱਥੇ ਵੀ ਜਾਓਗੇ ਉੱਥੇ ਲਿਖਿਆ ਹੋਵੇ ਇੱਥੇ ਇੰਨੀ ਉਚਾਈ 'ਤੇ ਆ। ਸਮੁੰਦਰ ਤਲ ਤੋਂ ਉਚਾਈ ਇੰਨੀ ਹੈ ਜੀ। ਸਮੁੰਦਰ ਤੋਂ ਮਾਪੀ ਜਾਂਦੀ ਆ, ਕਿਉਂਕਿ ਉਹ ਸਭ ਤੋਂ ਨੀਵਾਂ ਹੈ। ਇਸੇ ਕਰਕੇ ਉੱਥੇ ਪਾਣੀ ਖੜਾ। ਪਾਣੀ ਕਿੱਥੇ ਜਾਂਦਾ ਗਾ? ਨੀਵੀਂ ਜਗ੍ਹਾ ਨੂੰ। ਧਿਆਨ ਦਿਆ ਜੀ, ਬੜੀ ਬੜੀ ਪਿਆਰੀ ਉਦਾਹਰਣ ਦੇ ਰਹੇ ਨੇ ਸਾਹਿਬ। ਕਹਿੰਦੇ ਨਦੀਆਂ ਅਤੇ ਵਾਹ ਪਵੈ ਸਮੁੰਦ। ਸਮੁੰਦਰ 'ਚ ਜਾ ਕੇ ਪੈ ਜਾਂਦੇ ਨੇ, ਪਰ ਸਮੁੰਦਰ ਜਦੋਂ ਪੈ ਜਾਂਦੇ ਨਾ ਜਾਣੀਏ, ਜਾਣ ਨਹੀਂ ਸਕਦੇ ਵੀ ਕਿੱਡਾ ਕੁ ਵੱਡਾ। ਨਦੀ ਪਾਰ ਕਰਨ ਲੱਗਿਆ ਵੀ ਕੋਈ ਦੱਸ ਦਿੰਦਾ ਵੀ ਇਹ ਤਾਂ ਐਡੀ ਕਿਆ ਹੈ। ਨਾਲਿਆਂ ਦਾ ਵੀ ਪਤਾ ਵੀ ਕਿੱਡੇ ਕਿੱਡੇ ਕੁ ਨੇ, ਸਰੋਵਰਾਂ ਦਾ ਵੀ ਪਤਾ। ਸਮੁੰਦਰ ਦਾ ਕੀ ਪਤਾ? ਅੰਤ ਨਹੀਂ ਨਾ ਹੈਗਾ, ਬੇਅੰਤ ਹੋ ਗਿਆ। ਸਿਫਤ ਕਰਨ ਵਾਲਾ ਨੀਵਾਂ ਹੋ ਜਾਏ, ਜਿੰਨਾ ਉਹ ਨੀਵਾਂ ਹੋ ਜਾਏਗਾ ਓਨਾ ਹੀ ਉਹ ਆਪਦੇ ਮਿਲਣ ਵਾਲੇ ਪਾਸੇ ਚਲੇ ਜਾਏਗਾ, ਪਰਮੇਸ਼ਰ ਵਾਲੇ ਪਾਸੇ ਜਾਏਗਾ। ਜਿਉਂ ਜਿਉਂ ਨੀਵਾਂ ਹੋਇਆ। ਬਾਣੀ ਆਹ ਚੀਜ਼ ਸਿਖਾਉਂਦੀ ਹੈ। ਦੋ ਉਦਾਹਰਨਾਂ ਨੇ ਇਹਦੇ 'ਚ, ਦੋਨੀ ਇਹ ਨੇ। ਜਿਵੇਂ ਕਹਿੰਦੇ ਨਾ ਵੀ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ। ਧਰਤੀ ਪੈਰਾਂ, ਦੇਖੋ ਸਭ ਤੋਂ ਬੰਦੇ ਦੇ ਸਭ ਤੋਂ ਥੱਲੇ ਕੀ ਨੇ? ਬੰਦੇ ਦੇ ਪੈਰ। ਸਿਰ ਉੱਚਾ ਹੁੰਦਾ, ਪੈਰ ਨੀਵੇਂ ਹੁੰਦੇ ਨੇ। ਪੈਰ ਥੱਲੇ ਹੁੰਦੇ ਨੇ, ਕਦੇ ਵੀ ਉਹਦੇ ਉੱਤੇ ਨਹੀਂ ਪੈਰ ਹੁੰਦੇ, ਪੈਰ ਥੱਲੇ ਹੁੰਦੇ ਨੇ। ਅਤੇ ਜਿਹੜੀ ਚੀਜ਼ ਨੀਵੀਂ ਹੈ, ਸਭ ਤੋਂ ਥੱਲੇ ਪੈਰ ਨੇ। ਅਤੇ ਤੁਸੀਂ ਵੀ ਦੇਖੋ, ਅਤੇ ਪੈਰਾਂ ਨੂੰ ਅਸੀਂ ਕਹਿੰਦੇ ਵੀ ਹੱਥ ਬੰਦਾ ਨਾ ਵੀ ਧੋਵੇ ਸਰ ਜਾਂਦਾ, ਕਹਿੰਦਾ ਵੀ ਬਾਹਰੋਂ ਆਏ ਆ, ਪੈਰ ਪਤਾ ਨਹੀਂ ਕਿੱਥੇ ਕਿੱਥੇ ਲੱਗੇ ਨੇ। ਪੈਰਾਂ ਦੀ ਗੱਲ ਕਰਦਾ ਹੈ, ਪੈਰਾਂ 'ਚ ਪਾਈ ਜੁੱਤੀ ਦੀ ਗੱਲ ਕਰ। ਬਾਹਰ ਕੱਢੋ, ਜੁੱਤੀਆਂ ਬਾਹਰ ਰੱਖਦੇ ਨੇ ਘਰ ਤੋਂ ਇੱਕ ਸਾਈਡ 'ਤੇ। ਕੋਈ ਐ ਥੋੜ੍ਹੀ ਬੈੱਡ 'ਤੇ ਖੋਲ੍ਹਦਾ ਜਾ ਕੇ। ਕਿਉਂ? ਪੈਰ ਨੀਵੇਂ ਨੇ। ਨੀਵਾਂ ਹੈ, ਇੱਥੋਂ ਸਭ ਤੋਂ ਨੀਵੇਂ ਨੇ। ਤੁਹਾਨੂੰ ਪਤਾ ਹੈ ਸਿਰ ਸਭ ਤੋਂ ਉੱਚਾ, ਅਤੇ ਜਿੱਦੇ ਸਿਰ ਡਿੱਗਦਾ ਹੈ ਕਿੱਥੇ ਰੱਖਦੇ? ਪੈਰਾਂ 'ਤੇ ਡਿੱਗ। ਮੈਂ ਸਭ ਦਾ ਸਿਰ ਪੈਰਾਂ 'ਚ ਰੱਖ ਦਿੱਤਾ, ਨੀਵਾਂ ਹੋ ਗਿਆ। ਫਿਰ ਆਪਾਂ ਕਹਿੰਦੇ ਦੇਖੋ ਬੰਦਾ ਕਿੰਨਾ ਨੀਵਾਂ ਹੋ ਗਿਆ ਜੀ, ਬੰਦਾ ਝੁਕ ਹੀ ਗਿਆ, ਪੈਰਾਂ 'ਚ ਸਿਰ ਰੱਖਤਾ। ਇਹ ਹੈ ਨਿਮਾਣਤਾ। ਹੁਣ ਜਿਹੜਾ ਨੀਮਣਾ ਹੈ, ਝੁਕਣਾ ਹੈ। ਪਾਣੀ ਸਭ ਤੋਂ ਨੀਵਾਂ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੀ ਧਰਤੀ ਪੈਰਾਂ ਹੇਠ ਹੈ, ਅਤੇ ਪੈਰਾਂ ਥੱਲੇ ਕੀ ਹੈ? ਧਰਤੀ। ਧਰਤੀ ਨੂੰ ਐਵੇਂ ਤਾਂ ਨਹੀਂ ਮਹਾਨ ਕਿਹਾ, ਮਾਤਾ ਕਿਹਾ, ਮਾਂ ਵਰਗਾ ਜਿਗਰਾ ਹੁੰਦਾ। ਪੈਰਾਂ ਥੱਲੇ ਧਰਤੀ, ਪਰ ਧਰਤੀ ਹੇਠ ਵਸੰਦਾ ਪਾਣੀ। ਪਾਣੀ ਉਦੋਂ ਵੀ ਨੀਵਾਂ, ਉਹ ਧਰਤੀ ਦੇ ਹੇਠਾਂ ਵਸਦਾ। ਅਤੇ ਉਹਦੀ ਖਾਸੀਅਤ ਇਹ ਹੈ ਪਾਣੀ ਦੀ ਵੀ, ਪਾਣੀ ਕਦੇ ਉੱਪਰ ਨੂੰ ਨਹੀਂ ਚੜ੍ਹਦਾ। ਪਾਣੀ ਚੱਲੇ ਨਿਵਾਣ ਨੂੰ। ਉਹ ਹੋਰ ਪਾਸ, ਉਹ ਕਿੱਧਰ ਦੌੜਦਾ? ਜਿੱਧਰ ਹੋਰ ਨੀਵੀਂ ਚੀਜ਼ ਮਿਲਦੀ ਆ ਉਸ ਪਾਸ ਨੂੰ ਜਾਂਦਾ। ਇਹ ਨੀਵੇਂ ਹੋਣ ਦੀ ਦੌੜ ਹੈ। ਪਰਮੇਸ਼ਰ ਤੱਕ ਮਿਲਣਾ ਹੈ, ਨੀਵਾਂ ਹੋਣਾ ਪਏਗਾ। ਜਿਸ ਪਾਣੀ ਨੇ, ਜਿਸ ਨਦੀ ਨੇ, ਜਿਸ ਨਾਲੇ ਨੇ, ਵਾਹ ਨੇ ਮਿਲਣਾ ਹੈ ਨਾ ਸਮੁੰਦਰ ਨੂੰ, ਕੀ ਹੋਣਾ ਪਏਗਾ? ਉਹਨੂੰ ਨੀਵਾਂ ਜਾਣਾ ਪਏਗਾ। ਨੀਵੀਂ ਦੌੜ ਹੋਏਗੀ, ਥੱਲੇ ਨੂੰ ਵੱਜ ਦੌੜਦਾ ਹੈਗਾ। ਮਹਾਰਾਜ ਕਹਿੰਦੇ ਨਦੀਆਂ ਅਤੇ ਵਾਹ ਪਵੇ ਸਮੁੰਦਰ। ਸਮੁੰਦਰ ਜਾ ਕੇ ਪੈਂਦੇ ਕਿਉਂ? ਆਪਦੇ ਆਪ ਨੂੰ ਨੀਵਾਂ ਰੱਖਦੇ ਨੇ। ਹੁਣ ਇੱਥੇ ਬਸ ਨਹੀਂ, ਜਦੋਂ ਡਿੱਗ ਗਏ ਨਾ ਸਮੁੰਦਰ ਜਾ ਕੇ, ਫਿਰ ਇਹ ਨਹੀਂ ਕਹਿੰਦੇ ਵੀ ਸਮੁੰਦਰ ਸਾਨੂੰ ਮਿਲ ਗਿਆ। ਇਹ ਨਹੀਂ ਕਹਿੰਦੇ ਵੀ ਸਮੁੰਦਰ ਦੇਖ ਲਿਆ ਕਿੱਡਾ ਕੁ ਵੱਡਾ ਨਾ। ਹੁਣ ਉਹਨੂੰ ਪੁੱਛੋ ਤਾਂ ਸਹੀ ਵੀ ਸਮੁੰਦਰ ਕਿੱਥੇ ਆ। ਹੁਣ ਦੱਸਣ ਵਾਲਾ ਹੀ ਨਹੀਂ ਰਹਿਣਾ, ਨਦੀ ਰਹਿਣੀ ਨਹੀਂ। ਬਾਣੀ ਕਹਿੰਦੀ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਇੱਕ ਬੂੰਦ ਬੂੰਦ ਕਰਕੇ ਸਾਗਰ ਬਣਦਾ, ਅਤੇ ਸਾਗਰ 'ਚੋਂ ਹੀ ਬੂੰਦਾਂ ਨੇ ਸਾਰੀਆਂ। ਭੇਦ ਤਾਂ ਨਹੀਂ ਕੋਈ, ਫਰਕ ਇੱਕੋ ਜਿਹੇ ਨੇ। ਫਰਕ ਕੀ ਹੈ? ਬਸ ਦੂਰ ਹੈ, ਆਪਦੇ ਆਪ ਨੂੰ ਬੂੰਦ ਸਮਝਦੀ ਹੈ, ਫਿਰ ਸਮੁੰਦਰ ਤੋਂ ਦੂਰ ਹੈ। ਬਸ ਐਵੇਂ ਆ। ਸਵੇਰੇ ਵੀ ਜ਼ਿਕਰ ਕਰ ਵੀ ਜਬ ਹਮ ਹੋਤੇ ਤਬ ਤੂੰ ਨਹੀਂ, ਅਲੱਗ ਹੈ। ਇਹ ਨਿਰਮਾਣਤਾ। ਜਿਹੜਾ ਨਦੀ ਹੈ
ਤੇ ਬਾਬਾ ਜੀ ਕਹਿੰਦੇ ਵਾਹ ਨਾਲੇ ਨੇ ਇਹ ਐਂ ਦੌੜਦੇ ਨੇ, ਕਿੱਥੇ ਜਾਂਦੇ ਨੇ? ਬਸ ਜਾ ਕੇ ਸਮੁੰਦਰ 'ਚ ਡਿੱਗਣਾ। ਭਾਈ ਵੀਰ ਸਿੰਘ ਨੇ ਵੀ ਇਹਦਾ ਜ਼ਿਕਰ ਕੀਤਾ। ਕਹਿੰਦੇ ਲੱਗੀ ਵਾਲੇ ਜਿਹੜੇ ਨੇ ਨਾ ਨੇਹੋਂ ਕਰ ਆਰਾਮ ਨਾਲ ਬਹਿੰਦੇ, ਉਹ ਆਰਾਮ ਨਾਲ ਹੀ ਬੈਠਦੇ। ਭਾਈ ਵੀਰ ਸਿੰਘ ਜੀ ਜਦੋਂ ਲਿਖਣ ਲੱਗੇ ਨਾ ਨਜ਼ਮ, ਬੈਠ ਕੇ ਇੱਕ ਝਰਨੇ ਦੇ ਨੇੜੇ ਸ਼ਾਮ ਨੂੰ ਬੈਠੇ, ਦਿਨੇ ਬੈਠੇ, ਸਵੇਰੇ ਬੈਠੇ, ਆਖਰਕਾਰ ਉਦੋਂ ਨਹੀਂ ਲਿਖਿਆ। ਫਿਰ ਆਏ ਨਾ, ਕਹਿੰਦੇ ਹੱਦ ਹੋ ਗਈ ਝਰਨਿਆ, ਤੂੰ ਚੱਲੀ ਜਾਣਾ ਚੱਲੀ ਜਾਣਾ, ਰਾਤ ਪੈ ਗਈ, ਲੋਕ ਸਭ ਸੌਂ ਗਏ, ਫਿਰ ਵੀ ਤੂੰ ਚੱਲੀ ਜਾਣਾ, ਕਦੇ ਤਾਂ ਖੜ। ਵੈਰੀ ਨਾਗ ਦਾ ਝਲਕਾ ਉਹਦੀ ਕਵਿਤਾ ਹੈ। ਉਹ ਝਰਨਾ ਉਹਨੂੰ ਕਹਿੰਦਾ ਵੀ ਸੱਜਣਾ ਗੱਲ ਇਹ ਹੈ, ਭਾਈ ਵੀਰ ਸਿੰਘ ਨੂੰ ਕਹਿੰਦਾ, ਆਪਸ ਵਿੱਚ ਡਿਸਕਸ਼ਨ ਟੂ ਆਪਦੇ ਮਾਈਂਡ ਨਾ ਕਰਦੇ ਵੀ ਸੱਜਣਾ ਮੈਂ ਤਾਂ ਨਹੀਂ ਆਰਾਮ ਕਰਦਾ, ਤਾਂ ਨਹੀਂ ਬਹਿੰਦਾ ਕਿਉਂਕਿ ਮੈਂ ਆਪਣੇ ਪਿਆਰੇ ਨੂੰ ਮਿਲਣਾ ਹੈ, ਜਾ ਕੇ ਮੈਨੂੰ ਨੇਹੋ ਹੈ। ਜਿਹੜੇ ਨੇਹੋ ਵਾਲੇ ਨੈਣ ਹੁੰਦੇ ਨੇ ਉਹ ਨੀਂਦਰ ਨਾਲ ਨਹੀਂ ਬਹਿੰਦੇ, ਜਿਨ੍ਹਾਂ ਨੂੰ ਮਿਲਣ ਦੀ ਤਾਹਨਾ ਹੁੰਦੀ ਹੈ ਨਾ ਉਹ ਸੌਂਦੇ ਹੀ ਨਹੀਂ ਹੈਗੇ, ਉਹ ਕਰ ਆਰਾਮ ਨਾ ਬਹਿੰਦੇ, ਆਪਣੀ ਚਾਲੇ ਤੁਰੇ ਰਹਿੰਦੇ ਨੇ, ਤੁਰੇ ਰਹਿੰਦੇ ਨੇ। ਭਾਈ ਵੀਰ ਸਿੰਘ ਨੇ ਮੱਥੇ 'ਤੇ ਹੱਥ ਮਾਰਿਆ, ਸੱਜਣਾ ਇਹ ਝਰਨਾ ਨਹੀਂ ਆਪਦੇ ਆਰਾਮ ਕਰਕੇ ਬਹਿੰਦਾ, ਤੁਸੀਂ ਰਾਤ ਨੂੰ ਜਿਉਂ ਸੁੱਤੇ ਰਹਿੰਦੇ ਅੰਮ੍ਰਿਤ ਕਿ ਜਾਗਦੇ ਹੀ ਸਾਨੂੰ ਪਤਾ ਹੀ ਕੋਈ ਨਹੀਂ ਆਪਦੇ ਪਿਆਰੇ ਦਾ। ਨਿਵਾਣ ਵੱਲ ਪਾਣੀ ਜਾਂਦਾ ਹੈ। ਇੱਥੇ ਗੁਰੂ ਨਾਨਕ ਸਾਹਿਬ ਨੇ ਉਦਾਹਰਣ ਦੇਖੋ, ਸਿਫਤ ਸਲਾਹ ਕਰ ਪਰ ਚਿੰਤਾ ਰੱਖੀ, ਨਿਮਰਤਾ ਹੋਣੀ ਚਾਹੀਦੀ ਹੈ, ਸੁਰਤ ਤੋਂ ਹਟ ਕੇ ਹੋਣਾ ਚਾਹੀਦਾ, ਅਕਲ ਤੋਂ ਹਟ ਕੇ ਹੋਣੀ ਚਾਹੀਦੀ ਹੈ। ਸਿਫਤ ਕਦੇ ਵੀ ਅਕਲ ਨਾਲ ਨਹੀਂ ਹੋ ਸਕਦੀ। ਸਿਫਤ ਜਿਹੜਾ ਬੰਦਾ ਕਿਸੇ ਦੀ ਅਕਲ ਨਾਲ ਕਰਦਾ ਨਾ ਉਹ ਪਕੜਿਆ ਜਾਂਦਾ ਹੈ, ਉਹ ਖੁਸ਼ਾਮਦ ਬਣ ਜਾਏਗੀ। ਜਿਹੜੀ ਸਿਫਤ ਆਨੰਦ 'ਚ ਹੁੰਦੀ ਹੈ ਉਹਦਾ ਪਤਾ ਲੱਗ ਜਾਂਦਾ, ਇਹ ਸਿਫਤ ਹੈ। ਬਾਬਾ ਜੀ ਕਹਿੰਦੇ ਨਦੀਆਂ ਅਤੇ ਵਾਹ ਪਵੇ ਸਮੁੰਦ, ਪਰ ਉਹਨਾਂ ਨਾ ਜਾਣੀਏ, ਉਹ ਜਾਣ ਨਹੀਂ ਸਕਦੇ ਵੀ ਕਿੱਡਾ ਕੁ ਸਮੁੰਦਰ। ਉਹ ਜਾਣਨ ਵਾਸਤੇ ਆਏ ਹੀ ਨਹੀਂ ਸੀ। ਕਾਹਦੇ ਵਾਸਤੇ ਆਏ ਸੀ? ਮਿਲਣ ਵਾਸਤੇ ਆਏ ਸੀ। ਮੇਲਾ ਸੰਜੋਗੀ ਰਾਮ, ਨਦੀਆਂ ਵਾਹੋ ਵਿਛੁੰਨੀਆਂ, ਵਿਛੋੜਾ ਪਿਆ ਸੀ, ਪਤਾ ਨਹੀਂ ਕਦੋਂ ਮਿਲਣਾ ਜਾ ਕੇ। ਇਹੀ ਹੈ ਸਮਾਂ ਪਾ ਕੇ। ਅੱਗੇ ਬਾਬਾ ਜੀ ਕਹਿੰਦੇ ਸਮੁੰਦ ਦੂਜੀ ਉਦਾਹਰਣ ਹੈ, ਗੱਲ ਉਹੀ ਹੈ ਪਰ ਉਦਾਹਰਣ ਦੂਸਰੇ ਤੌਰ 'ਤੇ। ਸਮੁੰਦ ਸਾ ਸੁਲਤਾਨ, ਸਮੁੰਦ ਕੀ ਹੈ? ਸਮੁੰਦਰ ਕੀ ਹੈ? ਸ਼ਾਹ ਹੈ, ਸੁਲਤਾਨ ਹੈ, ਐਡਾ ਵੱਡਾ ਸਮੁੰਦਰ। ਤੁਸੀਂ ਦੇਖੋ ਅਸੀਂ ਕਹਿ ਦਿੰਦੇ ਹਾਂ ਏਸ਼ੀਆ ਵਿੱਚ, ਸਾਡੇ ਵਾਲੇ ਹਿੱਸੇ ਵਿੱਚ ਅਸੀਂ ਕਹਿ ਦਿੰਦੇ ਹਾਂ ਜੀ ਸਾਡਾ ਇੱਥੇ ਧਰਤੀ ਹਿੰਦੁਸਤਾਨ 'ਤੇ, ਭਾਰਤ ਦੇ ਉੱਤੇ ਇਹ ਸਾਡਾ ਭਾਰਤ ਹੈ। ਸ਼੍ਰੀਲੰਕਾ ਵਾਲੇ ਕਹਿੰਦੇ ਸਾਡਾ ਸ਼੍ਰੀਲੰਕਾ ਹੈ, ਕੋਈ ਆਹ ਕਹਿੰਦਾ, ਕੋਈ ਆਹ ਕਹਿੰਦਾ। ਆਪਦੇ ਆਪਦੀ ਧਰਤੀ ਹੈ ਨਾ। ਕੋਈ ਕਹਿੰਦਾ ਵੀ ਸਾਰਾ ਸਮੁੰਦਰ ਸਾਡਾ ਹੈ, ਭਾਵੇਂ ਉਹਦੇ 'ਚ ਕਹਿ ਦਿੱਤਾ ਵੀ ਇੱਥੇ ਸਾਡਾ ਸਮੁੰਦਰ ਹੈ, ਇਦੋਂ ਗਾਹਾਂ ਤੁਹਾਡਾ ਹੈਗਾ। ਧਰਤੀ 'ਤੇ ਤਾਂ ਕਬਜ਼ੇ ਹੋ ਗਏ, ਸਮੁੰਦਰ 'ਤੇ ਨਹੀਂ ਕਹਿ ਸਕਦਾ ਵੀ ਸਾਰਾ ਸਮੁੰਦਰ, ਪੂਰਾ ਹੀ ਸਮੁੰਦਰ ਸਾਡਾ ਹੈ, ਜਦ ਕਿ ਧਰਤੀ ਜਿਹੜੀ ਹੈ ਉਹ ਸਮੁੰਦਰ ਦੇ ਵਿੱਚ ਹੈ। ਅਸੀਂ ਕਹਿੰਦੇ ਹਾਂ ਧਰਤੀ ਦੇ ਉੱਪਰ ਪਾਣੀ ਹੈ ਨਾ, ਇਹ ਤਾਂ ਕੁਦਰਤੀ ਗੱਲ ਹੈ। 70% ਜੇ ਤਾਂ ਪਾਣੀ ਹੈ ਅਤੇ 30% ਧਰਤੀ ਹੈ, ਤਾਂ ਉਹ ਉੱਪਰ ਹੀ ਫਿਰੇਗੀ। ਗੁਰੂ ਪਾਤਸ਼ਾਹ ਕਹਿੰਦੇ ਸਮੁੰਦ ਸਾ ਸੁਲਤਾਨ, ਇਹ ਸੁਲਤਾਨ ਹੈ, ਇੱਕ ਰਾਜਾ ਹੈ, ਵੱਡਾ ਹੈ। ਗਿਰਹਾ ਸੇਤੀ ਮਾਲ ਧਨ ਜਿੰਨੇ ਵਿੱਚ ਪਰਬਤ ਨੇ, ਹੋਰ ਸਭ ਕੁਝ ਜਿੰਨਾ ਮਾਲ ਧਨ ਹੈ ਨਾ ਇਹਦੇ ਵਿੱਚ ਹੀ ਹੈ, ਸਮੁੰਦਰ ਦੇ ਵਿੱਚ ਹੈ। ਬਾਬੇ ਨਾਨਕ ਦਾ ਗਿਆਨ ਦੇਖੋਗੇ ਤਾਂ ਇਹਦੇ ਵਿੱਚ। ਪਰ ਬਾਬਾ ਜੀ ਕਹਿੰਦੇ ਠੀਕ ਹੈ ਸਭ ਕੁਛ ਹੈ, ਪਰ ਕੀੜੀ ਤੁੱਲ। ਹੁਣ ਕੀੜੀ ਕੀ ਆ? ਸਾਰੇ ਜਾਨਵਰਾਂ ਤੋਂ ਥੱਲੇ ਆਪਾਂ ਕੀੜੀ ਦੀ ਗੱਲ ਕਰਦੇ ਹਾਂ। ਕੀੜੀ ਦੀ, ਹਾਥੀਆਂ ਦੀ ਵੀ ਉਦਾਹਰਨ ਬਾਣੀ 'ਚ ਦਿੱਤੀ ਹੈ, ਪਰਬਤਾਂ ਦੀ ਵੀ ਦਿੱਤੀ ਹੈ, ਪਰ ਕੀੜੀ ਦੀ ਵੀ ਉਦਾਹਰਨ ਦਿੱਤੀ ਹੈ। ਕੀੜੀ ਤੁੱਲ ਨਾ ਹੋਵਨੀ, ਉਸ ਕੀੜੀ ਦੇ ਤੁੱਲ ਕੋਈ ਵੀ ਨਹੀਂ ਹੈਗਾ। ਵੱਡੀ ਤੋਂ ਵੱਡੀ ਚੀਜ਼ ਜਿਹੜੀ ਸ੍ਰਿਸ਼ਟੀ ਵਿੱਚ ਰਚੀ ਗਈ ਹੈ, ਕਿਹੜੀ ਕੀੜੀ ਦੇ ਸ਼ਰਤ ਲਾਈ ਹੈ ਨਾਲ? ਕੀੜੀ ਤੁੱਲ ਨਾ ਹੋਵਨੀ, ਪਰ ਜੇ ਤਿਸ ਮਨੋ ਨਾ ਵਿਸਰੇ। ਜਿਹੜੀ ਕੀੜੀ ਨੂੰ ਰੱਬ ਨਾ ਵਿਸਰੇ, ਨੀਵੀਂ ਹੈ। ਸਭ ਤੋਂ ਛੋਟੀ ਐਗਜ਼ਾਮਪਲ ਦਿੱਤੀ ਬਾਬੇ ਨੂੰ, ਫਿਰ ਉਹ ਕਿਸੇ ਦੇ ਬਰਾਬਰ, ਉਹਦੇ ਬਰਾਬਰ ਕੋਈ ਵੀ ਨਹੀਂ ਹੈਗਾ। ਵੱਡੇ ਵੱਡੇ ਸਮੁੰਦਰ ਵੀ ਹੈਗੇ ਨੇ, ਸਭ ਦੌੜਦੇ ਨੇ, ਸਿਫਤ ਕਰਦੇ ਨੇ ਉਹਦੇ ਵਿੱਚ ਜਾ ਕੇ। ਇਹ ਨਹੀਂ ਕਹਿੰਦੇ ਵੀ ਅਸੀਂ ਅੰਤ ਪਾ ਲਿਆ, ਨਾ, ਕਹਿਣ ਜੋਗੇ ਹੁੰਦੇ ਹੀ ਨਹੀਂ। ਜਿਹੜੀ ਸਿਫਤ ਕਰੇ, ਫਿਰ ਬਾਣੀ ਨੇ ਇੱਕ ਹੋਰ ਸ਼ਬਦ ਕਿਹਾ ਨਾ ਵੀ ਕਿ ਕੀੜਾ ਮਹਾਰਾਜ ਕਹਿੰਦੇ ਕੀੜਾ ਥਾਪ ਦੇ ਪਾਤਸ਼ਾਹੀ,
ਕੀੜਿਆਂ ਨੂੰ ਵੀ ਕੀ ਕਰ ਦਿੰਦਾ, ਪਾਤਸ਼ਾਹੀ ਥਾਪ ਦਿੰਦਾ। ਇੱਥੇ ਮਤਲਬ ਕੀ ਆ, ਜਿਹੜਾ ਬਿਲਕੁਲ ਨਿਮਾਣਾ ਜਿਹਾ ਉਹਨੂੰ ਬੜੀਆਂ ਬੜੀਆਂ ਬਰਕਤਾਂ ਦੇ ਦਿੰਦਾ। ਜਿਨ੍ਹਾਂ ਨੂੰ ਲੋਕ ਜਾਣਦੇ ਕਹਿੰਦੇ ਸੀ ਨਹੀਂ ਤਾਂ ਸੂਦਰ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਲੋਕ ਡਿੱਗੇ। ਕਿਉਂ? ਪਾਤਸ਼ਾਹੀ ਥਾਪਤੀ ਵੱਡੇ ਵੱਡਿਆਂ ਦੇ। ਸਾਹਿਬ ਕਹਿੰਦੇ ਕੀੜੀ ਤੁੱਲ ਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੇ, ਪਰ ਜੇ ਉਸ ਕੀੜੀ ਦੇ ਮਨ ਵਿੱਚੋਂ ਕਦੇ ਰੱਬ ਨਾ ਵਿਸਰੇ। ਇਹੀ ਮੰਗਿਆ ਸੀ ਆਪਾਂ ਨੇ 5ਵੀਂ ਪੌੜੀ 'ਚ ਮੰਗਿਆ ਸੀ ਕਿ ਨਹੀਂ? ਯਾਦ ਹੈ ਨਾ ਸਾਰਿਆਂ ਨੂੰ? ਕੀ ਮੰਗਿਆ ਸੀ? ਸੱਚੇ ਪਾਤਸ਼ਾਹ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਅੱਗੇ ਵਿਸਰੇ ਨਾ। ਕੀੜੀ ਉਹਦੇ ਬਰਾਬਰ ਕੋਈ ਚੀਜ਼ ਵੀ ਨਹੀਂ ਰਹਿਣੀ ਫਿਰ, ਜੇ ਕੀੜੀ ਦੇ ਕਦੇ ਰੱਬ ਵਿਸਰਦਾ ਹੀ ਨਹੀਂ। ਕੀੜੀ ਤੁੱਲ ਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੇ, ਪਰ ਉਹਦੇ ਜੇ ਮਨ ਚੋਂ ਕਦੇ ਵਿਸਰੇ ਹੀ ਨਾ ਰੱਬ। ਜਿਹਦੇ ਰੱਬ ਪਰਮੇਸ਼ਰ ਵਿਸਰੇ ਨਾ, ਇਹੀ ਤਾਂ ਮੰਗ ਮੰਗੀ ਸੀ ਸੱਚੇ ਪਾਤਸ਼ਾਹ, ਕਦੇ ਮੈਨੂੰ ਵਿਸਰੇ ਨਾ, ਮੈਨੂੰ ਇਹ ਬੁਝਾ ਦੇ, ਗੱਲ ਸਮਝਾ ਦੇ। ਤੇ ਬੁਝਾਉਣ ਵਾਸਤੇ ਉਰੇ ਆ ਕੇ ਬੁਝਾਇਆ ਵੀ ਕੀੜੀ ਵਾਂਗੂ ਰਹੀਂ, ਨਿਮਾਣਾ ਬਣ ਕੇ ਰਹੀਂ, ਨਿਮਰਤਾ 'ਚ ਰਹੀਂ, ਝੁਕ ਕੇ ਰਹੀਂ। ਮਹਾਰਾਜ ਕਹਿੰਦੇ ਇਹ ਇੱਕ ਵਿਧੀ ਹੈ। ਹਸਤੀ ਸਿਰ ਜਿਉ ਅੰਕੁਸ਼ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ। ਅਹਰਣ ਵਾਂਗੂ ਥੱਲੇ ਸਿਰ ਰੱਖੇ, ਬਸ ਪੈਣ ਤੇ ਜਿਹੜੇ ਛੋਟੇ ਪੈਂਦੇ। ਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਇਹ ਨਿਮਾਣੇ ਦੀ ਗੱਲ ਹੈ, ਪਰ ਜੇ ਉਹਦੀ ਸਿਫਤ ਕਰੇ, ਸਿਫਤਾਂ ਕਰੇ ਦੀ, ਪਰ ਸਲਾਹੇ ਉਹਦੀ ਕਿਸੇ ਹੋਰ ਨੂੰ ਨਹੀਂ। ਬਈ ਇੱਥੇ ਆ ਕੇ ਐਵੇਂ ਸਲਾਹ ਨਾ ਵੀ ਮਹਾਰਾਜ ਤੂੰ ਵੱਡਾ ਹੈ, ਬਹੁਤ ਵੱਡਾ ਹੈ। ਆ ਜਦੋਂ ਕਹਿੰਦੇ ਸਭ ਤੋਂ ਵੱਡਾ ਸਤਿਗੁਰਾਂ, ਇਹ ਸਿਫਤ ਹੈ, ਸਿਫਤ ਹੈ, ਉਹਨੂੰ ਸਲਾਹਿਆ ਗਿਆ ਹੈ। ਉਹ ਬੇਅੰਤ ਹੈ, ਇਹ ਉਹਦੀ ਸਿਫਤ ਹੈ। ਉਹ ਕਰਤੇ ਨੂੰ ਸਲਾਹਿਆ ਹੁੰਦਾ। ਜਿੱਥੇ ਵੀ ਨਾ ਸਿਫਤ ਲਿਖੀ ਹੋਈ ਆ ਕੋਈ ਵੱਡੇ ਦੀ ਜਾਂ ਕਿਵੇਂ ਉਹਨੂੰ ਵਡਿਆਇਆ ਰੱਬ ਜੀ ਨੂੰ, ਉੱਥੇ ਕਰਤੇ ਦੀ ਕੀਤੀ ਹੋਈ ਆ, ਕਿਉਂਕਿ ਗੁਰਬਾਣੀ ਖੁਦ ਕਹਿੰਦੀ ਵੀ ਕਰਤੇ ਨੂੰ ਸਲਾਹ। ਜਿਵੇਂ ਅਸੀਂ ਕਹਿੰਦੇ ਹਾਂ ਨਾ ਵੀ ਬਲਿਹਾਰੀ ਕੁਦਰਤ, ਕਿਉਂ ਬਲਿਹਾਰ ਜਾਂਦਾ? ਕਿਉਂਕਿ ਵਸਿਆ ਉਹਦੇ ਵਿੱਚੋਂ ਵਸਦਾ, ਮੈਂ ਤਾਂ ਉਹਦੀ ਸਿਫਤ ਕਰਦਾ। ਹੁਣ ਐਂ ਕਹਿ ਲਓ ਵੀ ਜਿੱਥੇ ਮਹਾਰਾਜ ਬਹਿ ਗਏ ਨਾ, ਉਹ ਧੰਨ ਹੈ। ਸਾਡੇ ਨੇੜੇ ਆ ਦਮਦਮਾ ਸਾਹਿਬ, ਜਦੋਂ ਜਾਂਦੇ ਅਸੀਂ ਮੱਥਾ ਟੇਕ, ਧੰਨ ਗੁਰੂ ਪਾਤਸ਼ਾਹ ਤੂੰ ਕਿਰਪਾ ਕੀਤੀ, ਇੱਥੇ ਆਏ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਆਏ ਸੀ ਨਾ, ਮੱਥਾ ਤਾਂ ਅਸੀਂ ਅੱਜ ਵੀ ਟੇਕਦੇ ਹਾਂ। ਕਿਉਂ ਟੇਕਦੇ ਹਾਂ? ਵੀ ਇੱਥੇ ਆਏ ਸੀ। ਉਹ ਜਗ੍ਹਾ ਨੂੰ ਆ ਵਡਿਆਈ ਹੋ ਗਈ ਉਸ ਜਗ੍ਹਾ 'ਤੇ ਵੀ ਜਿੱਥੇ ਉਹ ਆਇਆ। ਕੁਦਰਤ ਵਿੱਚ ਜਿੱਥੇ ਵੱਸਦਾ ਏ, ਇਸ ਕਰਕੇ ਕੁਦਰਤ ਚੰਗੀ ਲੱਗਦੀ ਹੈ। ਉਹ ਸਥਾਨ ਉਹ ਚੰਗਾ ਲੱਗਦਾ। ਕਿਉਂ ਚੰਗਾ ਲੱਗਦਾ? ਵੀ ਇੱਥੇ ਆ ਕੇ ਵਸਿਆ ਸੀ, ਇੱਥੇ ਵੱਸਦਾ ਹੈ, ਤਾਂ ਕੁਦਰਤ ਮੈਨੂੰ ਚੰਗੀ ਲੱਗਦੀ। ਕੁਦਰਤ 'ਚ ਤੂੰ ਵੱਸਦਾ ਹੈ। ਹੁਣ ਜੇ ਕੁਦਰਤ ਨੂੰ ਸਲਾਹੀ ਜਾਓ, ਕੁਦਰਤੀ ਤੌਰ 'ਤੇ ਜੋ ਮਰਜ਼ੀ ਸਲਾਹੀ ਜਾਓ, ਪਰ ਕਰਤੇ ਨੂੰ ਸਲਾਹ ਉਹਦੀ ਕਰ ਜਿਹਨੂੰ ਤੂੰ ਮਿਲਣਾ ਹੈ। ਕੱਲ੍ਹ ਕੀ ਕਿਹਾ ਸੀ? ਜਾ ਕਰਤਾ ਸ੍ਰਿਸ਼ਟੀ ਕੋ ਸਾਜੈ, ਆਪੇ ਜਾਣੇ ਸੋਈ। ਫਿਰ ਤਾਂ ਅਸੀਂ ਉਹਨੂੰ ਪੁੱਛੀਏ ਨਾ, ਸ੍ਰਿਸ਼ਟੀ ਜਿਹਨੇ ਬਣਾਈ ਹੈ, ਅਸੀਂ ਤਾਂ ਉਹਦੇ ਨਾਲ ਜੁੜੀਏ। ਸ੍ਰਿਸ਼ਟੀ ਤੋਂ ਕੀ ਲੈਣਾ? ਅਗਲੀ ਪੰਕਤੀ ਦੇ ਵਿੱਚ ਸਾਹਿਬ ਪਾਤਸ਼ਾਹ ਕਹਿੰਦੇ, ਆਪਾਂ ਪੜ੍ਹਿਆ ਸੀਗਾ ਵੀ ਜਿਹੜਾ ਪਰਮੇਸ਼ਰ ਹੈ, ਵਾਹਿਗੁਰੂ ਹੈ, ਉਸ ਪਰਮਾਤਮਾ ਦੀ ਸਿਫਤ ਕਰ। ਉਹਦੀ ਸਿਫਤ ਸਲਾਹਾਂ ਦੇ ਕਰਦਿਆਂ ਤੂੰ ਉਹਦੇ ਨਿਰੰਕਾਰ ਵਿੱਚ ਜੁੜ ਸਕਦਾ ਹੈ। ਫਿਰ